ਪੁਕਾਰ ਟੀਵੀ ਦੇ ਦਰਸ਼ਕੋ, ਅਸੀਂ ਅੱਜ ਸਮੁੱਚੀ ਲੋਕਾਈ ਦੇ ਨਾਲ ਇੱਕ ਬਹੁਤ ਵੱਡੀ ਖੁਸ਼ੀ ਸਾਂਝੀ ਕਰਨ ਜਾ ਰਹੇ ਹਾਂ। ਸਰਬ ਮਨੁੱਖਤਾ ਦੇ ਕਲਿਆਣ ਹਿੱਤ ਤਪਦੀ ਹੋਈ ਲੋਕਾਈ ਨੂੰ ਠਾਰਨ ਵਾਸਤੇ ਕਰਤਾ ਪੁਰਖ ਨੇ ਜੁਗੋ ਜੁਗ ਅਟਲ ਸ਼ਬਦ ਗੁਰੂ ਦੇ ਰੂਪ ਵਿੱਚ ਮਹਾਨ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਦਾ ਸਾਗਰ ਪ੍ਰਗਟ ਕੀਤਾ ਹੈ। ਧੰਨ ਗੁਰੂ ਅਰਜਨ ਸਾਹਿਬ ਜੀ ਨੇ ਮਹਾਨ ਸੰਪਾਦਨ ਪ੍ਰਯਤਨਾਂ ਸਦਕਾ ਇਹ ਲਸਾਨੀ ਗ੍ਰੰਥ ਸਾਹਿਬ ਦਾ ਵਰਦਾਨ ਸਮੁੱਚੀ ਲੋਕਾਈ ਨੂੰ ਬਖਸ਼ਿਆ ਔਰ ਮਿਹਰਾਂ ਦਾ ਮੀਂਹ ਵਰਸਾਇਆ। ਸੋ ਇਸ ਖੁਸ਼ੀ ਨੂੰ ਸਾਂਝਾ ਕਰਨ ਵਾਸਤੇ, ਇਸ ਸਾਰੇ ਗਿਆਨ ਦੇ ਸਾਗਰ ਦੀ ਵਿਚਾਰ ਨੂੰ ਸਾਂਝਾ ਕਰਨ ਵਾਸਤੇ ਸਾਡੇ ਨਾਲ ਸਿੱਖ ਕੌਮ ਦੀ ਮਹਾਨ ਸ਼ਖਸੀਅਤ ਡਾਕਟਰ ਇੰਦਰਜੀਤ ਸਿੰਘ ਵਾਸੂ, ਜੋ ਕਿ ਸਾਹਿਤਕਾਰ ਨੇ, ਜੋ ਕਿ ਕਵੀ ਨੇ, ਲੇਖਕ ਨੇ, ਜਿਨ੍ਹਾਂ ਨੇ ਬਹੁਤ ਸਾਰੀਆਂ ਪੁਸਤਕਾਂ ਸਮਾਜ ਦੀ ਝੋਲੀ ਵਿੱਚ ਪਾਈਆਂ, ਉਹ ਪੁਕਾਰ ਟੀਵੀ ਨਾਲ ਜੁੜ ਰਹੇ ਨੇ। ਇਸ ਤੋਂ ਪਹਿਲਾਂ ਕਿ ਅਸੀਂ ਵਿਚਾਰ ਸ਼ੁਰੂਆਤ ਕਰੀਏ, ਪੁਕਾਰ ਟੀਵੀ ਵੱਲੋਂ ਡਾਕਟਰ ਇੰਦਰਜੀਤ ਸਿੰਘ ਵਾਸੂ ਜੀ ਨੂੰ ਜੀ ਆਖਦੇ ਹਾਂ। ਡਾਕਟਰ ਇੰਦਰਜੀਤ ਸਿੰਘ ਵਾਸੂ ਜੀ, ਤੁਹਾਡਾ ਨਿੱਘਾ ਸਵਾਗਤ ਜੀ। ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ, ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੀ ਵਧਾਈ ਸਾਂਝੀ ਕਰਨੀ ਹੈ। ਤੇ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਵਧਾਈ ਕੇਵਲ ਸਿੱਖ ਕੌਮ ਨਾਲ ਸਾਂਝੀ ਕੀਤੀ ਜਾਵੇ ਕਿ ਪੂਰੀ ਲੋਕਾਈ ਨਾਲ ਸਾਂਝੀ ਕੀਤੀ ਜਾਵੇ ਜੀ? ਦਰਸ਼ਕ ਜੀ, ਗੁਰੂ ਗ੍ਰੰਥ ਸਾਹਿਬ ਦਾ ਜੋ ਫਲਸਫਾ ਹੈ ਇਹ ਸਾਰਾ ਵਿਸ਼ਵ ਵਿਆਪੀ ਹੈ ਜੀ, ਕਿਉਂਕਿ ਉਹਨਾਂ ਨੇ ਜੋ ਸਾਡੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਾਡੇ ਸਾਹਮਣੇ ਪੇਸ਼ ਕੀਤਾ ਹੈ ਜੀ, ਉਹ ਸਾਰੇ ਧਰਮਾਂ ਦੇ, ਬੋਲੀਆਂ ਦੇ ਜਿੰਨੇ ਭਗਤ ਸਨ, ਵੱਖ-ਵੱਖ ਜ਼ਾਤਾਂ ਦੇ, ਵੱਖ-ਵੱਖ ਪ੍ਰਦੇਸ਼ਾਂ ਦੇ, ਉਹਨਾਂ ਸਾਰਿਆਂ ਨੂੰ ਸਨਮਾਨ ਦਿੱਤਾ ਹੈ ਗੁਰੂ ਵਿਅਕਤੀਆਂ ਦੇ ਬਰਾਬਰ ਜੀ। तो ਇਹ ਸਾਨੂੰ ਸਾਰਿਆਂ ਨਾਲ ਇੱਕ ਮਾਨਵਤਾ ਦਾ ਗ੍ਰੰਥ ਹੋਣ ਦੇ ਨਾਤੇ ਤੇ, ਇੱਕ ਅਦੁੱਤੀ ਗ੍ਰੰਥ ਹੋਣ ਦੇ ਨਾਤੇ ਤੇ ਸਾਨੂੰ ਸਾਰਿਆਂ ਨਾਲ ਇਹ ਜਿਹੜੀ ਖੁਸ਼ੀ ਹੈ ਸਾਂਝੀ ਕਰਨੀ ਚਾਹੀਦੀ ਹੈ। ਸਰੋਤਿਓ, ਸਮੂਹ ਲੋਕਾਈ ਨਾਲ ਅਸੀਂ ਇਹ ਖੁਸ਼ੀ ਸਾਂਝੀ ਕਰਦੇ ਹਾਂ ਤੇ ਪੂਰੀ ਲੋਕਾਈ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ। ਡਾਕਟਰ ਸਾਹਿਬ, ਸਰੋਤਿਆਂ ਨੂੰ ਸਭ ਤੋਂ ਪਹਿਲਾਂ ਤਾਂ ਇਹ ਪਤਾ ਲੱਗ ਜਾ ਕਿ ਇਹ ਪਹਿਲਾ ਪ੍ਰਕਾਸ਼ ਗੁਰਪੁਰਬ ਕੀ ਹੁੰਦਾ ਹੈ ਜੀ। ਇਸ ਤੋਂ ਬਾਅਦ ਅਗਲੀ ਗੱਲ ਕਰਦੇ ਹਾਂ ਜੀ ਆਪਾਂ। ਅਰਸਲ ਜੀ, ਜਦੋਂ ਗੁਰੂ ਅਰਜਨ ਦੇਵ ਜੀ ਦੇ ਵੇਲੇ ਵਿਸ਼ੇਸ਼ ਸਥਿਤੀਆਂ ਵਿੱਚ ਲੋੜ ਪੈ ਗਈ ਕਿ ਗ੍ਰੰਥ ਸੰਪਾਦਨ ਕੀਤਾ ਜਾਏ ਜੀ, ਕਿਉਂਕਿ ਸਮੁੱਚੀ ਕੌਮ ਨੂੰ ਇੱਕ ਰੂਪ ਦੇਣਾ ਸੀ ਕੌਮ ਦਾ, ਤੇ ਕੌਮ ਦਾ ਇੱਕ ਗ੍ਰੰਥ ਹੋਣਾ ਬੜਾ ਜ਼ਰੂਰੀ ਹੈ ਜੀ। ਉਹ ਜੋ ਸਮੇਂ ਗੁਰੂ ਗ੍ਰੰਥ ਸਾਹਿਬ ਵਿੱਚ ਮਿਲਾਵਟਾਂ ਵੀ ਕੀਤੀਆਂ ਜਾ ਰਹੀਆਂ ਸਨ, ਜਿਵੇਂ ਕੱਚੀ ਬਾਣੀ ਦੇ ਰੂਪ ਵਿੱਚ ਮਿਹਰਬਾਨ ਜੋ ਹੈ ਉਹ ਬਾਣੀ ਰਚ ਰਿਹਾ ਸੀ ਜੀ। ਸੋ ਗੁਰੂ ਸਾਹਿਬ ਨੇ 4 ਸਾਲ ਲਗਾ ਕੇ ਰਾਮਸਰ ਦੇ ਸਥਾਨ ਤੇ ਭਾਈ ਗੁਰਦਾਸ ਜੀ ਦੁਆਰਾ ਇਹ ਸਾਰੀ ਬਾਣੀ ਉਹਨਾਂ ਨੇ ਹੱਥ ਲਿਖਤ ਹੈ, ਲਿਖਵਾਈ ਗਈ ਤੇ 1604 ਵਿੱਚ 1 ਸਤੰਬਰ ਨੂੰ ਉਹ ਪਹਿਲਾ ਪ੍ਰਕਾਸ਼ ਰੂਪ ਦੇ ਵਿੱਚ ਹਰਮੰਦਰ ਸਾਹਿਬ ਦਰਬਾਰ ਸਾਹਿਬ ਵਿੱਚ ਇਹਨੂੰ ਪ੍ਰਕਾਸ਼ ਕੀਤਾ ਗਿਆ ਤੇ ਬਾਬਾ ਬੁੱਢਾ ਜੀ ਗ੍ਰੰਥੀ ਬਣੇ। ਇਸ ਕਰਕੇ ਇਹਨੂੰ ਅਸੀਂ ਪਹਿਲਾ ਪ੍ਰਕਾਸ਼ ਦਿਵਸ ਕਹਿੰਦੇ ਹਾਂ ਜੀ। ਜੀ, ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜਿਉ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਡਾਕਟਰ ਸਾਹਿਬ, ਗੁਰਬਾਣੀ ਸਾਨੂੰ ਵੱਖ-ਵੱਖ ਪੱਖਾਂ ਤੇ ਜੀਵਨ ਜਾਚ ਸਿਖਾਉਂਦੀ ਹੈ, ਵੱਖ-ਵੱਖ ਪੱਖਾਂ ਤੇ ਸਾਨੂੰ ਗਿਆਨ ਦੇ ਨਾਲ ਰਚਨਾਉਂਦੀ ਹੈ। ਡਾਕਟਰ ਸਾਹਿਬ, ਗੁਰਬਾਣੀ ਦੇ ਅੰਦਰ ਜਿਹੜਾ ਰਾਜਨੀਤਿਕ ਪੱਖ ਹੈ ਉਹਦੇ ਸੰਬੰਧੀ ਵੀ ਕੋਈ ਪ੍ਰੇਰਣਾ ਮਿਲਦੀ ਹੈ ਜੀ? ਇਸ ਤਰ੍ਹਾਂ ਹੈ ਬਈ, ਸਿੱਖ ਧਰਮ ਜਿਹੜਾ ਹੈ ਉਹਦੇ ਵਿੱਚ ਮਨੁੱਖ ਨੂੰ ਇੱਕ ਸੰਪੂਰਨ ਰੂਪ ਦੇ ਵਿੱਚ ਚਿਤਰਿਆ ਗਿਆ ਜੀ, ਕਿਉਂਕਿ ਮਨੁੱਖ ਦੀ ਜ਼ਿੰਦਗੀ ਜਿਹੜੀ ਹੈ ਇਹਦੇ ਵਿੱਚ ਰਾਜਨੀਤੀ ਵੀ ਸ਼ਾਮਲ ਹੈ, ਧਰਮ ਵੀ ਸ਼ਾਮਲ ਹੈ। ਠੀਕ ਜੀ। ਔਰ ਜਦੋਂ ਸਿੱਖ ਧਰਮ ਪੈਦਾ ਹੋਇਆ
उस वेले जुल्म ते अत्याचार की अग का विचोए पैदा होया है, क्योंकि बाबर दे हल्ले हो रहे सन। 800 साल तो हिंदुस्तान च हल्ले हो रहे सन जी ते गुरु नानक देव जी वेले बाबर का हल्ला होया जी ते जबरी धर्म बदली की जा रही सी, लोकां नूं इंसाफ नहीं सी दिता जा रहा। तो जिहड़ा गुरु नानक ने जिहड़ा धर्म बनाया है, ये कोई वक्ती जिहा धर्म नहीं सी, जी जां कोई उन्हें अपनी पूजा कराने लई नहीं सी धर्म बनाया। जी उन्हां दा एक संपूर्ण मनुख का चित्र जिहड़ा कि सदियां तक वो कायम रहे, जी और इहो जिहा मनुख उन्होंने चित्रिया है। और जिहदे विच देखो मनुख जिहड़ा है ਉਹਦੀ राजनीति का अपने आप ही अंग बन जाता है, क्योंकि ठीक है ਜਦੋਂ ਉਹਨੂੰ संपूर्ण शक्ति का रूप चित्रिया जाए ਤੇ ਉਹਦੇ ਵਿੱਚ ਭਗਤੀ ਵੀ ਤਾਂ ਹੀ ਹੋ ਸਕਦੀ ਹੈ ਜੇ ਰਾਜ ਜਿਹੜਾ ਹੈ ਉਹਦੇ ਵਿੱਚ ਖਲਲ ਨਾ ਪੈਦਾ ਕਰੇ। ठीक है जी ਜੇ ਕੋਈ ਰਾਜਾ ਜਿਹੜਾ ਹੈ ਉਹ ਧਰਮ ਗ੍ਰੰਥ ਹੀ ਚੁੱਕ ਕੇ ਲੈ ਜਾਵੇ ਸਾਡੇ ਸਾਹਮਣੇ ਤੇ ਅਸੀਂ ਭਗਤੀ ਕਿਵੇਂ ਕਰਾਂਗੇ। ठीक है जी ਇਸ ਕਰਕੇ ਸਿੱਖ ਧਰਮ ਨੂੰ ਆਰੰਭ ਤੋਂ ਹੀ ਇੱਕ ਸੰਪੂਰਨ ਧਰਮ ਦਾ ਸਰੂਪ ਮਿਲਿਆ। ਔਰ ਗੁਰੂ ਸਾਹਿਬ ਨੇ ਕਿਹਾ ਕਿ नानक राज चलाया सच कोट सतानी नीम दे। गुरु नानक साहब ने एक राज चलाया है जी ये सच दा किला है। और ਇਹਦੇ ਵਿੱਚ ਇੰਨੀ ਗੁਰੂ ਸਾਹਿਬ ਨੇ ਮਨੁੱਖਾਂ ਵਿੱਚ ਸ਼ਕਤੀ ਭਰੀ ਕਿ ਜਿਹੜੇ ਆਪਣੀ ਰੱਖਿਆ ਵੀ ਕਰ ਸਕਣ, ਆਪਣੇ ਧਰਮ ਗ੍ਰੰਥਾਂ ਦੀ ਰੱਖਿਆ ਵੀ ਕਰ ਸਕਣ ਤੇ ਬੜੀ ਸ਼ਾਨਾ ਬਿਸ਼ਾਨਾ ਅਣਖ ਜੁਰਤ ਔਰ ਦਲੇਰੀ ਦਾ ਜੀਵਨ ਜੀ ਕੇ इस संसार का सफर करना। इस करके राजनीति अपने आप ही आ जानी। सगों मैं तो कहना कि गुरु ग्रंथ साहब विच बकायदा राजियां नूं हदायतां कीतियां गईयां ने। अच्छा जी जिवें तुसीं सुनिया होना है गुरु नानक दा बचन, तख्त बहे तख्ते की लायक। जिहड़ा राजा है वो तख्त दे लायक होवे ते ओ ऐसा ना होवे कि गुरु साहब ने कहा कि राजे का मुख कर्तव्य की है लोकां दे जान ते माल दी राखी करनी जी, ना कि ऐश प्रस्ती करनी। गुरु नानक ने कहा साहा सुरत गवाइया रंग तमाशे चाए। देखो गुरु साहब कह रहे ने कि मेरे वक्त के जिहड़े बादशाह ने आ जिहड़े लोधी खानदान दे राजे ने इधर रंगा तमाशियां दे चाह विच इन्हां सुरत ही गवा लई है ते राजे नूं जिहड़ा लोकां दा अपना राखी करनी चाहिदी है। लोकां दे कतलेआम दा नूं हक कोई है नहीं ते जिहड़े निजी खुशहाली च लगे सन राजे वजीरां सिकदारां उन्हां सारियां नूं गुरु साहब ने कहा देखो तुहाडा जीवन की है, लव पाप दो राजा मेहता कूड़ हुआ सिकदार काम ने सब पूछिए बह बह करे विचार जी रीत ज्ञान होनी पाए परे मुर्दार ज्ञानी नचे बाजे बावे रूप करे सिगार। इस गुरु साहब ने राजियां वजीरां सिकदारां नायबां नूं लालची दसिया, पापी दसिया, झूठे दसिया ते वछई दसिया ते इन्हां सारियां दे किरदारां नूं रद्द करके एक नवीं समाज दी उसारी दा संदेश सानू साडे सामने रखा है। इस करके गुरु नानक दे द्वारा धर्म दे आदर्शां विच राजनीति एकदम शामिल हो गई। जिवें कि तुसीं इह शब्द तो देख रहे हो आसा दी वार जिहड़ी है वो सारी ही एक निरा इनकलाब है जिहदे विच के गुरु नानक साहब ने ये 10 हल्ले कीते ने। गुरु नानक ने पहला हल्ला उस राजे ते जो है जुल्म कमाउंदा, दूजा हल्ला उस खतरी ते जो कर लाउंदा। इस तरह गुरु साहब दा तुसीं अगर देखो आस्था दी वार एक इनकलाबी वार है जी जी। एक बारी मतलब समझा दिओ इहनूं ਉਹਨੂੰ बिल्कुल शक नहीं रहना कि सिख धर्म विच राजनीति ते धर्म किवें संयुक्त ने। ठीक है जी। डॉक्टर साहब गुरबाणी दे अंदर ਇਹ ਜਿਹੜੀ ਪ੍ਰੇਰਣਾ ਸੰਪੂਰਨ ਮਨੁੱਖ ਦੀ ਹੈ,
ਸੰਪੂਰਨ ਮਨੁੱਖ ਦੀ ਸਮਾਨਤਾ ਦੀ ਹੈ ਕਿ ਸਮਾਨਤਾ ਹੋਵੇ, ਸੁਤੰਤਰਤਾ ਹੋਵੇ ਤੇ ਨਿਆਂ ਭਰਪੂਰ ਵਾਤਾਵਰਣ ਹੋਵੇ, ਤੇ ਤਾਂ ਹੀ ਮਨੁੱਖ ਦਾ ਜਿਹੜਾ ਵਿਕਾਸ ਹੋ ਸਕਦਾ ਹੈ। ਜੇ ਯੋਗ ਵਾਤਾਵਰਣ ਹੋਏਗਾ, ਇਹਦਾ ਮਤਲਬ ਕਿ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਜਿਹੜੀ ਹੈ ਉਹ ਮਨੁੱਖ ਨੂੰ ਫਰਸ਼ ਤੋਂ ਲੈ ਕੇ ਅਰਸ਼ ਤੱਕ ਲੈ ਕੇ ਜਾ ਰਹੀ ਹੈ। ਅਸਲ ਵਿੱਚ ਗੱਲ ਇਹ ਹੈ ਵੀ ਗੁਰੂ ਜਾਂਦਾ ਨਾ, ਗੁਰੂ ਜਾਂਦਾ ਅਗਾਂਹ ਤੋਂ ਅਗਾਂਹ ਹੈ ਤੇ ਸਮਾਂ ਜਾਂਦਾ ਪਿਛਾਂਹ ਤੋਂ ਪਿਛਾਂਹ ਹੈ। ਅੱਛਾ ਜੀ। ਗੁਰੂ ਆਪਣੇ ਆਪ ਨੂੰ ਹੱਦ ਨਾ ਬਣਾਏ, ਉਹ ਅੰਮੀ ਦਾ ਕਲਾਵਾ ਲੰਘ ਜਾਏ। ਗੁਰੂ ਦੀ ਕੋਈ ਹੱਦ ਨਹੀਂ। ਗੁਰੂ ਅੱਜ ਤੱਕ ਯੁਗਾਂ ਯੁਗਾਂ ਤੱਕ ਉਹਦਾ ਧਰਮ ਜਿਹੜਾ ਚੱਲਦਾ ਰਹਿਣਾ। ਔਰ ਦੇਖੋ, ਮਨੁੱਖ ਜਿਹੜਾ ਹੈ ਕੁਦਰਤ ਦੀ ਬਿਹਤਰੀਨ ਰਚਨਾ ਹੈ। ਇਸ ਧਰਤੀ में तेरी सिकदारी, अवर जोन तेरी पनहारी, जिस देही को सिमरे देव, सा देही भज हर की सेव। देवते भी चाਹੁੰਦੇ ਨੇ ਇਹੋ ਜਿਹਾ ਮਨੁੱਖ ਜਿਹੜਾ ਉਸਨੇ ਬਈ ਬੜੀ ਸ਼ਾਨ ਨਾਲ ਜੀਵਨ ਦਾ ਸਫ਼ਰ ਕਰਨਾ, ਕਿਉਂਕਿ ਉਹਦਾ ਸਟੇਟਸ ਇਤਨਾ ਮਾਨ ਹੈ। ਦੇਖੋ, ਮਨਸੂਰ ਹੋਇਆ ਸੂਫੀ ਫਕੀਰ 922 ਦੇ ਨੇੜੇ ਤੇੜੇ ਹੋਇਆ ਸ਼ਾਇਦ। ਉਸਨੇ ਆਪਣੇ ਸਾਹਿਤ ਵਿੱਚ ਲਿਖਿਆ ਕਿ ਰੱਬ ਨੇ ਚਾਹਿਆ ਇੱਕ ਦਿਨ ਕਿ ਮੈਂ ਪ੍ਰਗਟ ਹੋ ਜਾਵਾਂ। ਰੱਬ ਨੇ ਕੀ ਕੀਤਾ, ਕੁਝ ਵਿਸ਼ੇਸ਼ਤਾਵਾਂ ਤੇ ਰੂਪ ਇਕੱਠੇ ਕੀਤੇ ਤੇ ਉਹਨੇ ਮਨੁੱਖ ਬਣਾਤਾ। ਮਨੁੱਖ ਦੁਆਰਾ ਰੱਬ ਦੁਨੀਆ ਵਿੱਚ ਪ੍ਰਗਟ ਹੈ। ਇਤਨਾ ਸਟੇਟਸ ਹੈ ਮਨੁੱਖ ਦਾ। ਗੁਰੂ ਸਾਹਿਬ ਨੇ ਥਾਂ ਹੀ ਤੇ ਕਿਹਾ ਨਾ, ਹਰਿਮੰਦਰ ਇਹ ਸਰੀਰ ਹੈ, ਇਹ ਸਰੀਰ ਹਰਿਮੰਦਰ ਹੈ, ਮਨ ਤੂੰ ਜੋਤ ਸਰੂਪ ਹੈ। ਤੇ ਇਹੋ ਜਿਹੇ ਧਰਤੀ ਦੇ ਸਿਕਦਾਰ ਪ੍ਰਾਣੀ ਨੇ ਜੀਵਨ ਦਾ ਸਫ਼ਰ ਕਰਨਾ ਤੇ ਆਲਾ ਦੁਆਲਾ ਉਹਨੂੰ ਚਾਹੀਦਾ ਉਦਾਂ ਹੀ ਜਿਹੜਾ ਇਹਦੇ ਸਟੇਟਸ ਦੇ ਮੁਤਾਬਕ ਹੋਵੇ। ਰਾਜੇ ਜਿਹੜੇ ਨੇ ਉਹ ਜ਼ੁਲਮ ਕਰਨ ਵਾਲੇ ਨਾ ਹੋਣ, ਲਾਲਚੀ ਨਾ ਹੋਣ। ਮਤਲਬ ਇਹ ਹੈ ਕਿ ਇਹ ਜਿਹੜਾ ਸਾਰਾ ਸੰਸਾਰ ਦਾ ਸਫ਼ਰ ਹੈ, ਇੱਕ ਬੜਾ ਸਮੁੱਚੇ ਸੰਸਾਰ ਦੇ ਅੰਗ ਜਿਹੜੇ ਨੇ ਤੰਦਰੁਸਤ ਹੋਣ, ਸਮਾਜ ਦੇ ਸਾਰੇ ਅੰਗ ਤੰਦਰੁਸਤ ਹੋਣ, ਕਿਸੇ ਨੂੰ ਰੋਗ ਨਾ ਚੰਬੜਿਆ ਹੋਵੇ ਆਪਣੀ ਮੈਂ ਦੀ ਹਉਮੈ ਪ੍ਰਗਟਾਉਣ ਦਾ। ਸਗੋਂ ਸਾਰਿਆਂ ਲਈ ਸਰਬੱਤ ਦੇ ਭਲੇ ਵਾਲਾ ਸਮਾਜ ਜਿਹਦਾ ਬੇਗਮਪੁਰੇ ਦਾ ਸਮਾਜ ਹੈ, ਏਦਾਂ ਉਸਾਰਨ ਦੀ ਰੀਝ ਜਿਹੜੀ ਹੈ ਰਾਜੇ ਵਿੱਚ ਵੀ ਹੋਵੇ ਤੇ ਜਨਤਾ ਜਿਹੜੀ ਹੈ ਉਹਦੇ ਲਈ ਸੁਖਦਾਈ ਸਮਾਜ ਉਸਾਰਿਆ ਜਾ ਸਕਦਾ। ਡਾਕਟਰ ਸਾਹਿਬ, ਤੁਸੀਂ ਹਰਮੰਦਰ ਦੀ ਗੱਲ ਕੀਤੀ, ਜਿਹੜੇ ਦਰਬਾਰ ਸਾਹਿਬ ਦੀ ਰਚਨਾ ਕੀਤੀ ਅੰਮ੍ਰਿਤਸਰ ਸਾਹਿਬ ਸਰੋਵਰ ਦੇ ਅੰਦਰ, ਉਸ ਦਰਬਾਰ ਸਾਹਿਬ ਦੇ 4 ਦਰਵਾਜ਼ੇ ਰੱਖ ਦਿੱਤੇ ਤੇ ਸਭ ਨੂੰ ਸੁਤੰਤਰਤਾ ਬਖਸ਼ਿਸ਼ ਕਰ ਦਿੱਤੀ ਕਿ ਰੂਹਾਨੀਅਤ ਦੇ ਭੰਡਾਰ ਇਥੋਂ ਭਰ ਲਓ। ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੇ ਨਹੀਂ ਦੂਰੇ। ਤੇ ਕਿੱਡੀ ਵੱਡੀ ਬਖਸ਼ਿਸ਼ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ। ਅਸਲ ਵਿੱਚ ਜੀ ਇਹ ਧਰਮ ਜਿਹੜਾ ਨਾ, ਇਹ ਮਾਨਵਤਾ ਦਾ ਗ੍ਰੰਥ ਹੈ। ਇਸ ਧਰਮ ਦੀ ਮਹਾਨਤਾ ਜਿਹੜੀ ਹੈ ਤਾਂ ਪਤਾ ਲੱਗ ਸਕਦੀ ਹੈ ਕਿ ਇਸ ਦੇ ਵਿੱਚ ਦੀ ਆਪਾਂ ਗੁਜ਼ਰੀਏ। ਪਾਣੀ ਦੇ ਵਿੱਚ ਦੀ ਗੁਜ਼ਰੀਏ, ਜਿਵੇਂ ਤੁਸੀਂ ਪਾਣੀ ਦੇ ਵਿੱਚੋਂ ਦੀ ਹੋ ਕੇ ਗੱਲ ਜਿਹੜੀ ਕਰ ਰਹੇ ਹੋ, ਕਿਉਂਕਿ ਮਨੁੱਖ ਨੂੰ ਬੜੀਆਂ ਸ਼ਕਤੀਆਂ ਪ੍ਰਾਪਤ ਕੀਤੀਆਂ ਗਈਆਂ ਨੇ। ਅਨੰਤ ਸ਼ਕਤੀ ਦਾ ਰੂਪ ਹੈ ਜਿਹੜਾ ਮਨੁੱਖ ਹੈ। ਜਿਹੜਾ ਸਾਨੂੰ ਵੀ ਗੁਰੂ ਸਾਹਿਬ ਨੇ ਸਾਡੇ ਸਾਹਮਣੇ ਜੋ ਆਦਰਸ਼ ਰੱਖਿਆ ਉਹ ਅਨੰਤ ਪਰਮਾਤਮਾ ਦਾ ਹੈ। ਪਰਵਰਦਗਾਰ ਅਪਾਰ ਅਗੰਮ ਬੇਅੰਤ ਤੂੰ, ਜਿਨੀ ਪਛਾਤਾ ਸੱਚ ਚੁੰਮਾ ਪੈਰ ਮੂੰਹ। ਉਹ ਬਈ ਜੇ ਰੱਬ ਸਾਡਾ ਅਨੰਤ ਆ, ਉਹ ਬੇਅੰਤ ਆ, ਤੇ ਉਹਦਾ ਸਿੱਖ ਵੀ ਜਿਹੜਾ ਅਨੰਤ ਹੋਏਗਾ, ਕਿਉਂਕਿ ਸਿੱਖ ਤੇ ਗੁਰੂ 'ਚ ਭੇਦ ਨਹੀਂ ਹੈ। ਸਾਡੇ ਧਰਮ ਵਿੱਚ ਸਿੱਖ ਤੇ ਗੁਰੂ ਬਿਲਕੁਲ ਇੱਕ ਸੁਰ ਨੇ। ਖਾਲਸਾ ਮੇਰਾ ਰੂਪ ਹੈ, ਖਾਸ ਹੈ। ਇਸ ਕਰਕੇ ਜਿਹੜਾ ਮਨੁੱਖ ਹੈ ਉਹ ਹਰਿਮੰਦਰ ਦਾ ਸਰੂਪ ਹੈ, ਕਿਉਂਕਿ ਅਨੰਤ ਸ਼ਕਤੀਆਂ ਹਨ ਇਹਦੇ ਵਿੱਚ। ਅੱਜ ਜਿੰਨਾ ਤੁਸੀਂ ਸੰਸਾਰ ਵੇਖ ਰਹੇ ਹੋ, ਅੱਜ ਮਨੁੱਖ ਸਪੇਸ ਤੇ ਛਾ ਰਿਹਾ ਹੈ। ਅੱਜ ਮਨੁੱਖ ਜਿਹੜਾ ਸਾਗਰਾਂ ਦੇ ਵਿੱਚ ਥੱਲੇ ਡੁੰਘਾਈ ਚਲਾ ਗਿਆ। ਅੱਜ ਮਨੁੱਖ ਸਾਡੇ ਮੁੱਠੀ ਦੇ ਵਿੱਚ ਦੁਨੀਆ ਬੰਦ ਹੈ। ਮੋਬਾਈਲ ਦੀਆਂ ਕਾਢਾਂ ਨਿਕਲੀਆਂ ਨੇ, ਕੰਪਿਊਟਰ ਦੀਆਂ ਕਾਢਾਂ ਨਿਕਲੀਆਂ ਨੇ। ਇਹ ਕਿਉਂ ਨਿਕਲੀਆਂ ਨੇ?
क्योंकि मनुख एक अपार शक्तियां का स्वरूप बना के रब ने भेजा है। इस करके मनुख जिहड़ा उसकी महिमा जितनी गाई गई है, परमात्मा जिन्नी महिमा गाई है मनुख दे, पर एक ख्याल रखना चाहिए कि हरिमंदिर का स्वरूप बनन लई इसनूं अपनियां कमजोरियां जिहड़ियां ने उन्हां ते काबू होना चाहिए। काम क्रोध लोभ अहंकार जिहड़ा है ना, दरअसल मनुख की जिहड़ी कंस्ट्रक्शन है, मनुख की जिहड़ी रचना है, वो है भी इहदे विच नीवा पासा भी है तो उच्चा पासा भी है। ਇਹਦੇ ਵਿੱਚ ਲੋਅਰ ਸੈਲਫ ਵੀ ਹੈ, ਇਹਦੇ ਚ ਹਾਇਰ ਸੈਲਫ ਵੀ ਹੈ। ਲੋਅਰ ਲੋਅਰ ਸੈਲਫ ਨੂੰ ਬਾਣੀ ਦੀ ਮਦਦ ਦੁਆਰਾ ਅਪਰ ਸੈਲਫ ਵਿੱਚ ਬਦਲ ਦਈਏ, ਆਪਣੇ ਮਨ ਨੂੰ ਉਨਮਨ ਚ ਲੈ ਜਾਈਏ। ਤੇ ਜਦੋਂ ਅਸੀਂ ਇਹਨਾਂ ਕਮਜ਼ੋਰੀਆਂ ਦੇ ਹੱਥਾਂ 'ਚ ਨੱਚਾਂਗੇ ਨਹੀਂ, ਜਿਵੇਂ ਅੱਜ ਕੱਲ੍ਹ ਦਾ ਸਮਾਜ ਜਿਹੜਾ ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਹੱਥਾਂ ਵਿੱਚ ਨੱਚ ਰਿਹਾ, ਅਸੀਂ ਇਹਨਾਂ ਨੂੰ ਵੰਗਾਰ ਸਮਝਣਾ ਚਾਹੀਦਾ। ਅਸੀਂ ਤਾਂ ਇਹਨਾਂ ਨੂੰ ਆਪਣਾ ਨਿਸ਼ਾਨਾ ਬਣਾ ਕੇ ਬਹਿ ਜਾਂਦੇ ਹਾਂ ਤੇ ਜ਼ਿੰਦਗੀ ਜਿਹੜੀ ਹੈ ਦਵਾਟੇ ਹੀ ਰਹਿ ਜਾਂਦੀ ਹੈ। ਸਾਨੂੰ ਚਾਹੀਦਾ ਇਹਨਾਂ ਕਮਜ਼ੋਰੀਆਂ ਜੋ ਕੁਦਰਤ ਦੀ ਦੇਣ ਹੈ, ਇਹਨਾਂ ਨੂੰ ਸ਼ਕਤੀਆਂ 'ਚ ਬਦਲ ਦਈਏ। ਕਾਮ ਨੂੰ ਵਿਸ਼ਵ ਪਿਆਰ ਵਿੱਚ, ਕ੍ਰੋਧ ਨੂੰ ਵੀਰਤਾ ਵਿੱਚ, ਲੋਭ ਨੂੰ ਕਿਰਤ ਵਿੱਚ, ਮੋਹ ਨੂੰ ਪਰਉਪਕਾਰ ਵਿੱਚ ਔਰ ਹੰਕਾਰ ਨੂੰ ਸਵੈਮਾਨ ਵਿੱਚ ਇਹ ਬਦਲ ਕੇ ਤੇ ਅਸੀਂ ਇਹਨਾਂ ਸ਼ਕਤੀਆਂ ਨੂੰ, ਇਹਨਾਂ ਕਮਜ਼ੋਰੀਆਂ ਨੂੰ ਵੀ ਸ਼ਕਤੀਆਂ ਦਾ ਰੂਪ ਦੇ ਸਕਦੇ। ਡਾਕਟਰ ਸਾਹਿਬ, ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਨ ਵਾਲੇ, ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਣਨ ਵਾਲੇ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਜਦੋਂ ਰਾਜਨੀਤੀ ਕਰਦੇ ਨੇ, ਉਹਨਾਂ ਦੀ ਰਾਜਨੀਤੀ ਦੇ ਅੰਦਰ ਸ਼ੁੱਧਤਾ ਕਿਉਂ ਨਹੀਂ ਹੈ? ਉਹ ਸਾਰਥਕਤਾ ਕਿਉਂ ਨਹੀਂ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਪਦੇਸ਼ ਕਰਦੇ ਨੇ? ਅਸਲ ਜੀ ਉਹੀ ਗੱਲ ਜਿਹੜੀ ਹੈ, ਕਿਉਂ ਰਾਜਨੀਤਿਕ ਲੋਕਾਂ ਦੇ ਮਨ ਵਿੱਚ, ਉਹਨਾਂ ਦੇ ਅੰਦਰ ਸ਼ੁੱਧਤਾ ਨਹੀਂ? ਇਹ ਬੜਾ ਬੇਸਿਕ ਸਵਾਲ ਹੈ। ਔਰ ਲੋਕਾਂ ਨੂੰ ਯਾਨੀ ਸ਼ੰਕੇ ਤੇ ਡਾਊਟ ਪੈਦਾ ਹੋ ਗਏ ਨੇ ਰਾਜਨੀਤਿਕ ਲੋਕਾਂ ਦੇ ਜੀਵਨ ਵੇਖ ਕੇ, ਕਿਉਂਕਿ ਉਹ ਕਹਿੰਦੇ ਜਬ ਲਗ ਖਾਲਸਾ ਰਹੇ ਨਿਆਰਾ। ਇਹਨਾਂ 'ਚ ਨਿਆਰਾਪਨ ਫਿਰ ਕੀ ਹੈ ਜੀ? ਹੁਣ ਇੱਕ ਸਰਦਾਰ ਹੈ, ਉਹਨੇ ਪਗੜੀ ਬੰਨੀ ਹੈ, ਫੋਟੋ ਆ ਜਾਂਦੀ ਅਖਬਾਰ ਵਿੱਚ ਕਿ ਸਰਦਾਰ ਜੀ ਨੇ 5 ਲੱਖ ਰਿਸ਼ਵਤ ਲਈ ਹੈ, ਤੇ ਇੱਕ ਬਾਊ ਜੀ ਦੀ ਫੋਟੋ ਆ ਜਾਂਦੀ, ਉਹਨਾਂ ਵੀ 5-7 ਲੱਖ ਰਿਸ਼ਵਤ ਲਈ ਹੈ। ਫਿਰ ਪਗੜੀ ਦਾ ਕੀ ਫਾਇਦਾ ਹੋਇਆ ਜੀ? ਇਹ ਨਾ ਇਹ ਜੋੜ ਨਹੀਂ ਹੈ, ਜਿਹੜੀ ਪਗੜੀ ਹੈ ਉਹ ਘੁਟਾਲੇ ਤੇ ਸਿੱਖੀ ਜੋੜ ਕੋਈ ਨਹੀਂ ਹੈਗਾ। ਜੇ ਪੱਗ ਦਾ ਮਤਲਬ ਹੈ ਇਸ ਬੰਦੇ ਕੋਲ ਰੂਹਾਨੀਅਤ ਦੀ ਪੱਗ ਹੈ, ਇਹ ਰੂਹਾਨੀਅਤ ਦਾ ਸਰਤਾਜ ਹੈ ਪਗੜੀ ਜਿਹੜੀ ਹੈ, ਇਹ ਫਕਰਾਂ ਦੀ ਇੱਕ ਸਿੰਬਲ ਹੈ। ਇਸ ਕਰਕੇ ਮੈਂ ਹੁਣੇ ਹੀ ਕਿਹਾ ਸੀ ਕਿ ਮਨੁੱਖ ਜਿਹੜਾ ਹੈ ਉਹਦੇ ਅੰਦਰ ਲੋਅਰ ਸੈਲਫ ਹੈ। ਇਹ ਜਿੰਨੇ ਰਾਜਨੀਤਿਕ ਲੋਕ ਨੇ, ਲੋਅਰ ਸੈਲਫ ਸਾਡੇ 'ਚ ਵੀ ਹੈ, ਤੁਹਾਡੇ 'ਚ ਵੀ ਹੈ, ਇਹਨਾਂ 'ਚ ਵੀ ਹੈਗਾ। ਪਰ ਇਹਨਾਂ ਨੇ ਕੀ ਕੀਤਾ? ਇਹਨਾਂ ਨੇ ਉਹ ਜਿਹੜਾ ਲਾਲਚ ਹੈ ਉਹਨੂੰ ਕੰਟਰੋਲ ਨਹੀਂ ਕੀਤਾ ਤੇ ਲਾਲਚ ਦੇ ਹੱਥਾਂ 'ਚ ਨੱਚ ਕੇ ਤੇ ਮਾਫੀਆ ਇਹਨਾਂ ਨੇ ਚਲਾ ਦਿੱਤਾ। ਇਸ ਕਰਕੇ ਇਹਨਾਂ ਨੂੰ ਚਾਹੀਦਾ ਕਿ ਆਪਣੀ ਜਿਹੜੀ ਲੋਅਰ ਸੈਲਫ ਹੈ, ਨੀਵਾਂ ਆਪਾ ਹੈ, ਜੋ ਆਪਣਾ ਸ਼ੈਤਾਨ ਹੈ, ਹਰ ਇੱਕ ਬੰਦੇ ਅੰਦਰ ਸ਼ੈਤਾਨ ਵੀ ਹੈ, ਪਰ ਭਗਵਾਨ ਬਣਨ ਦੀ ਸਮਰੱਥਾ ਵੀ ਹੈ। ਇਸ ਕਰਕੇ ਗੁਰਬਾਣੀ ਦਾ ਸਾਰਾ ਅਟੈਕ ਜਿਹੜਾ, ਗੁਰਬਾਣੀ ਦਾ ਸਾਰਾ ਹਮਲਾ ਸਾਡੀਆਂ ਕਮਜ਼ੋਰੀਆਂ ਤੇ ਹੈ, ਸਾਡੇ ਕਾਮ ਕ੍ਰੋਧ ਲੋਭ ਹੰਕਾਰ ਤੇ ਹੈ। ਅੱਧੇ ਤੋਂ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਸਾਡੀਆਂ ਕਮਜ਼ੋਰੀਆਂ ਦੇ ਵਿਰੋਧ ਵਿੱਚ ਲਿਖਿਆ ਗਿਆ ਤੇ ਅਸੀਂ ਕਦੀ ਵਾਸ਼ਦੇ ਨਹੀਂ। ਸਾਡਾ ਸ਼ੁੱਧ ਸਰੂਪ ਤਾਂ ਨਜ਼ਰ ਆਉਣਾ ਜੇ ਕਮਜ਼ੋਰੀਆਂ ਤੇ ਕੰਟਰੋਲ ਹੋਏਗਾ। ਇਹ ਦੇਖੋ ਗੁਰੂਆਂ ਨੇ ਰਾਜਨੀਤੀ ਵਰਤੀ। ਰਾਜਨੀਤੀ ਕੀ ਹੁੰਦੀ ਹੈ? ਕਿ ਲੋਕਾਂ ਨੂੰ ਮਗਰ ਲਾਉਣਾ, ਲੋਕਾਂ ਦੀਆਂ ਵੋਟਾਂ ਲੈਣੀਆਂ, ਸ਼ਕਤੀਸ਼ਾਲੀ ਬਣਨਾ ਤੇ ਫਿਰ ਸ਼ਕਤੀਸ਼ਾਲੀ ਬਣ ਕੇ ਲੋਕ ਸੇਵਾ ਕਰਨੀ। ਹੁਣ ਗੁਰੂ ਜਿਹੜੇ ਨੇ ਉਹਨਾਂ ਨੂੰ ਵੀ ਸਾਰੇ ਪੰਜਾਬ ਨੂੰ ਮਗਰ ਲਾਇਆ ਸੀ। ਮਹਾਰਾਜਾ ਰਣਜੀਤ ਸਿੰਘ ਵੀ ਰਾਜਾ ਸੀ ਜਿਹੜਾ ਸਾਰੇ ਪੰਜਾਬ ਤੇ ਰਾਜ ਸੀ ਉਹਦਾ, ਪਰ ਮਹਾਰਾਜਾ ਰਣਜੀਤ ਸਿੰਘ ਨੇ ਜਾਂ ਸਿੱਖ ਧਰਮ ਵਿੱਚ ਜਿਹੜਾ ਰਾਜਾ ਹੈ
ਉਹ ਜਿਹੜੀ ਸ਼ਕਤੀ ਗ੍ਰਹਿਣ ਕੀਤੀ ਗੁਰੂਆਂ ਨੇ, ਉਹਨਾਂ ਨੂੰ ਆਪਣੀਆਂ ਜਾਇਦਾਦਾਂ ਬਣਾਉਣ 'ਚ ਨਹੀਂ ਲਾਇਆ। ਗੁਰੂਆਂ ਨੇ ਲੋਕਾਂ ਦੀ ਸ਼ਕਤੀ ਗ੍ਰਹਿਣ ਕਰਕੇ ਲੋਕਾਂ ਦੇ ਸੁਧਾਰ ਲਈ, ਲੋਕਾਂ ਦੇ ਉਧਾਰ ਲਈ ਕੰਮ ਕੀਤਾ। ਇਹ ਫਰਕ ਹੈ। ਅੱਜ ਕੱਲ ਦੇ ਰਾਜੇ ਜਿਹੜੇ ਨੇ, ਲੀਡਰ ਜਿਹੜੇ ਨੇ, ਉਹ ਲੋਕਾਂ ਕੋਲੋਂ ਸ਼ਕਤੀ ਲੈਂਦੇ ਨੇ, ਕਹਿੰਦੇ ਨੇ ਵੋਟਾਂ ਸਾਨੂੰ ਦਿਓ, ਪਰ ਜਿਤਨੀ ਉਹ ਜਦੋਂ ਕਾਮਯਾਬ ਹੋ ਜਾਂਦੇ ਨੇ, ਉਸ ਤੋਂ ਬਾਅਦ ਉਹ ਲੋਕਾਂ ਨੂੰ ਭੁੱਲ ਕੇ ਆਪਣੇ ਪਰਿਵਾਰ ਦੀ ਮੈਂਬਰ, ਆਪਣੇ ਪਰਿਵਾਰ ਦੀ ਲੀਂਗੜੀ ਪਲਿੰਗੜੀ, ਉਹ ਜਿੰਨੇ ਕਬੀਲਾ ਹੈ ਉਹਨੂੰ ਪਾਲਣ ਤੇ ਲੱਗ ਪੈਂਦੇ ਨੇ। ਇਹ ਸਮੱਸਿਆ ਸਾਡੇ ਸਮਾਜ ਦੀ ਬਣੀ ਪਈ ਹੈ। ਜੇ ਗੁਰੂ ਗ੍ਰੰਥ ਸਾਹਿਬ ਨੂੰ ਸਿੱਖ ਕੌਮ ਦੇ ਜਿੰਨੇ ਰਾਜਨੀਤਿਕ ਲੋਕ ਨੇ, ਇਹਨਾਂ ਨੂੰ ਮੈਂ ਕਹਿੰਦਾ ਟ੍ਰੇਨਿੰਗ ਸੈਂਟਰ ਹੋਣੇ ਚਾਹੀਦੇ ਨੇ। ਜਿਹੜਾ ਵੀ MLA ਹੈ ਉਹ ਟ੍ਰੇਨਿੰਗ ਸੈਂਟਰ 2-4 ਮਹੀਨੇ ਕਰੇ। ਉਹਨੂੰ ਸਾਡੇ ਵਰਗਾ ਜਿਹੜਾ 50-50 ਸਾਲ ਤੋਂ ਅਸੀਂ ਗੁਰਮਤਿ ਦੇ ਰਿਸਰਚ ਵਿੱਚ ਹਾਂ, ਅਸੀਂ ਦੱਸੀਏ ਕਿ ਰਾਜੇ ਦਾ ਕਨਸੈਪਟ ਕੀ ਹੈ, ਅਸੀਂ ਦੱਸੀਏ ਕਿ ਮਨੁੱਖ ਦਾ ਕਿਹਨੂੰ ਕਹਿੰਦੇ ਨੇ। ਇਹਨਾਂ ਦੇ ਵਿੱਚ ਤਾਂ ਮਨੁੱਖਤਾ ਦੇ ਗੋੜੀ ਕੋ ਨਹੀਂ, ਇਹ ਤਾਂ ਕਰਤੂਤ ਪਸ਼ੂ ਕੀ ਮਾਨਸ ਯਾਦ ਨੇ। ਗੁਰੂ ਤੇਗ ਬਹਾਦਰ ਨੇ ਕਿਹਾ, ਵੀਰ ਜੀ, ਗੁਰੂ ਤੇਗ ਬਹਾਦਰ ਕਹਿੰਦੇ ਨੇ, ਏਕ ਭਗਤ ਭਗਵਾਨ ਜੇ ਪ੍ਰਾਨੀ ਕੇ ਨਾ ਮਨ। ਜੇ ਭਗਵਾਨ ਦੀ ਭਗਤੀ ਮਨ ਚ ਹੈ ਨਹੀਂ, ਏਕ ਭਗਤ ਭਗਵਾਨ ਜੇ ਪ੍ਰਾਨੀ ਕੇ ਨਾ ਮਨ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਉਹਦਾ ਤਨ ਸੂਰ ਦੀ ਤਰ੍ਹਾਂ ਹੈ ਤੇ ਕੁੱਤੇ ਦੇ ਬਰਾਬਰ ਹੈ। ਜੇ ਇਹ ਜਿਹੜੀਆਂ ਗੱਲਾਂ ਨੇ, ਟ੍ਰੇਨਿੰਗ ਸੈਂਟਰ ਹੋਣ, ਜਿਨ੍ਹਾਂ ਨੇ ਰਾਜਨੀਤੀ ਜਾਣਾ, ਗੁਰੂ ਦੀ ਰਾਜਨੀਤੀ, ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਰਾਜਨੀਤੀ, ਉਹਨਾਂ ਨੂੰ ਪੜ੍ਹਾਈ ਜਾਏ ਤੇ ਉਹਨਾਂ ਨੂੰ ਮਨੁੱਖ ਦੇ ਰੂਪ ਵਿੱਚ ਉਹ ਦੁਨੀਆ ਵਿੱਚ ਜਾਣ, ਨਾ ਕਿ ਕਰਤੂਤ ਪਸ਼ੂ ਕੀ ਮਾਨਸ ਜਾਤ ਦੇ ਰੂਪ ਵਿੱਚ ਜਾਣ। ਡਾਕਟਰ ਸਾਹਿਬ, ਬਹੁਤ ਵਧੀਆ ਤੁਹਾਡਾ ਸੁਝਾਅ ਹੈ ਕਿ ਲੇਕਿਨ ਇੱਕ ਸਵਾਲ ਪੈਦਾ ਹੋ ਜਾਂਦਾ ਹੈ ਕਿ ਜਿਹੜਾ ਰਾਜਨੀਤਿਕ ਨੂੰ ਪੜ੍ਹਾਉਣ ਵਾਲਾ ਪੁਜਾਰੀ ਹੈ ਤੇ ਕਾਜ਼ੀ ਹੈ, ਉਹੀ ਰਿਸ਼ਵਤਖੋਰ ਹੋ ਜਾਏ ਤੇ ਫਿਰ ਜਿਹੜੀ ਸਥਿਤੀ ਜਿਹੜੀ ਬੜੀ ਡਾਵਾਂਡੋਲ ਹੋ ਜਾਂਦੀ ਹੈ। ਗੱਲ ਤੇ ਹਰ ਇੱਕ ਲਈ ਇੱਕੋ ਜਿਹਾ ਉਪਦੇਸ਼ ਹੈ, ਚਾਹੇ ਕਾਜ਼ੀ ਹੈ, ਚਾਹੇ ਰਾਜਨੀਤਿਕ ਲੋਕ ਹੈ। ਉਹਦੇ ਲਈ ਉਪਦੇਸ਼ ਹੋਈ ਹੈ ਕਿ ਉਹਦੇ ਅੰਦਰ ਸ਼ੈਤਾਨ ਹੈ, ਉਹਦੇ ਅੰਦਰ ਲੋਰ ਸਿਰਫ ਹੈ, ਉਹਦੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ। ਹਰ ਇੱਕ ਰਾਜੇ ਨੇ, ਹਰ ਇੱਕ ਕਾਜ਼ੀ ਨੇ, ਹਰ ਇੱਕ ਪੁਜਾਰੀ ਨੇ, ਹਰ ਇੱਕ ਗ੍ਰੰਥੀ ਨੇ ਕੰਟਰੋਲ ਕਰਨਾ ਉਹਨੂੰ, ਤਾਂ ਮਨੁੱਖ ਬਣਨਾ। ਮਨੁੱਖ ਦੇਖੋ, ਮਨੁੱਖ ਢਾਂਚੇ ਨੂੰ ਨਹੀਂ ਕਹਿੰਦੇ। ਇੱਕ 2 ਟੰਗਾਂ 2 ਬਾਹਾਂ ਵਾਲਾ ਸਰੀਰ ਮਿਲ ਗਿਆ ਤੇ ਉਹ ਮਨੁੱਖ ਬਣ ਜਾਂਦਾ, ਉਹਦਾ ਢਾਂਚਾ ਹੈ। ਉਸ ਢਾਂਚੇ ਵਿੱਚ ਮਨੁੱਖਤਾ ਪੈਦਾ ਕਰਨੀ ਪੈਂਦੀ ਹੈ, ਮਨੁੱਖਤਾ ਅਰਜਿਤ ਕਰਨੀ ਪੈਂਦੀ ਹੈ। ਇਹ ਗੁਰੂਆਂ ਨੇ ਗੁਰੂ ਗ੍ਰੰਥ ਸਾਹਿਬ ਐਡਾ ਵੱਡਾ ਕਿਉਂ ਬਣਾਇਆ? ਇਹ ਮਨੁੱਖਤਾ ਦਾ ਗ੍ਰੰਥ ਹੈ। ਹਾਊ ਟੂ ਕ੍ਰੀਏਟ ਮੈਨਹੁੱਡ ਇਨ ਮੈਨ। ਸਮੱਸਿਆ ਤੇ ਇਹ ਹੈ ਕਿ ਮਨੁੱਖ ਜਿੰਨੇ ਤੁਰੇ ਫਿਰਦੇ ਨੇ ਭੀੜਾਂ ਹਨ, ਇਹ ਭੀੜਾਂ ਦੀਆਂ ਭੀੜਾਂ ਬਿਨਾਂ ਗਿਆਨ ਤੋਂ ਤੁਰੀਆਂ ਫਿਰਦੀਆਂ ਨੇ, ਇੱਕ ਦੂਜੇ ਨੂੰ ਮਾਰਨ ਤੇ ਲੱਗੀਆਂ ਹੋਈਆਂ ਨੇ। ਇਹਨਾਂ ਨੂੰ ਪਤਾ ਹੀ ਨਹੀਂ ਕਿ ਮਨੁੱਖ ਕਿਹਨੂੰ ਕਹਿੰਦੇ ਨੇ। ਮੈਂ 5 ਸਾਲ ਮਨੁੱਖ ਦੀ ਸਟੱਡੀ ਕੀਤੀ ਜਦ PhD ਲਈ 1986 ਚ, ਤੇ 86 ਤੋਂ ਲੈ ਕੇ ਅੱਜ ਤੱਕ 12 ਕਿਤਾਬਾਂ ਮਨੁੱਖ ਤੇ ਮੈਂ ਲਿਖ ਚੁੱਕਾ। ਮੇਰਾ ਸਾਰੀ ਸੋਚ ਦਾ ਧੁਰਾ ਮਨੁੱਖ ਹੈ ਤੇ ਮੈਂ ਜਦੋਂ ਗੱਲ ਕਰਨੀ ਹੁੰਦੀ ਹੈ, ਮੈਂ ਮਨੁੱਖ ਤੋਂ ਗੱਲ ਸ਼ੁਰੂ ਕਰਨਾ ਕਿ ਮਨੁੱਖ ਜਿਹੜਾ, ਜੇ ਮਨੁੱਖ ਬਣ ਜਾਏ ਕਦੀ, ਫਿਰ ਮਜ਼ਾ ਹੀ ਆ ਜਾਏ। ਰੱਬ ਦਾ ਰੂਪ ਹੈ ਹਰ ਮਨੁੱਖ। ਰੱਬ ਤੋਂ ਘੱਟ ਰਹਿਣਾ ਜਿਹੜਾ ਉਹ ਮਨੁੱਖ ਦੀ ਬੇਇੱਜ਼ਤੀ ਹੈ। ਇਸ ਦੇਖੋ, ਜਾਂ ਤੇ ਸਾਨੂੰ ਸ਼ਕਤੀਆਂ ਦਿੱਤੀਆਂ ਨਾ ਹੋਣ, ਜਾਂ ਸਾਨੂੰ ਗਿਆਨ ਦਿੱਤਾ ਨਾ ਹੋਵੇ। ਗੁਰੂ ਸਾਹਿਬ ਕਹਿੰਦੇ ਨੇ, ਉਕਤ ਜੋਤ ਲੈ ਸੁਰਤ ਪ੍ਰੀਖਿਆ, ਤੈਨੂੰ ਦਲੀਲ ਦੀ ਜੋਤ ਦਿੱਤੀ, ਤੈਨੂੰ ਪ੍ਰੀਖਿਆ ਕਰਨ ਵਾਲੀ ਸੁਰਤ ਦਿੱਤੀ। ਤੂੰ ਦੁਨੀਆ ਵਿੱਚ ਪ੍ਰੀਖਿਆ ਕਰਦੀ ਹੈ ਆਪਣੀ ਇੰਟੈਲੈਕਟ ਦੇ ਨਾਲ, ਆਪਣੀ ਸੂਝ ਦੇ ਨਾਲ। ਤੈਨੂੰ ਰੱਬ ਨੇ ਜਿਹੜਾ ਗਿਆਨ ਦਿੱਤਾ, ਤੂੰ ਵਿਵੇਕ ਬੁੱਧੀ ਨੂੰ ਭੁੱਲ ਹੀ ਗਿਆ। ਤੂੰ ਤਾਂ ਕਹਿੰਦੇ ਨੇ ਰਾਜ, ਮਾਲ, ਰੂਪ, ਜਾਤ, ਜੋਬਨ, ਪੰਜੇ ਠੱਗ। ਤੂੰ ਤਾਂ ਠੱਗਾਂ ਦੇ ਵਸ ਪੈ ਗਿਆ। ਗੁਰੂ ਨਾਨਕ ਕਹਿੰਦੇ ਨੇ, ਜਿਹੜੀ ਰਾਜ ਦੀ ਜ਼ਿਆਦਾ ਇੱਛਾ ਹੈ, ਰਾਜ ਰੂਪ ਜਾਂ ਰਾਜ ਮਾਲ, ਜਾਇਦਾਦਾਂ ਦੀ ਇੱਛਾ, ਰਾਜ ਮਾਲ ਰੂਪ, ਕਾਲਾ ਗੋਰਾ, ਨਸਲੀ ਵਿਤਕਰੇ, ਜਾਤ, ਉੱਚੀ ਨੀਵੀਂ ਜਾਤ ਦੇ ਫਰਕ,
ਤੇ ਜੋਬਨ, ਇਹ ਪੰਜੇ ਠੱਗ ਨੇ। ਇਨੀ ਠੱਗੀ ਜੱਗ ਠੱਗਿਆ, ਕਿਰੇ ਦਾ ਰੱਖੀ ਲੱਜ, ਇਹਨਾਂ ਤੁਹਾਡੀ ਇੱਜ਼ਤ ਰਹਿਣ ਹੀ ਨਹੀਂ ਦੇਣੀ। ਪਰ ਗੁਰੂ ਸਾਹਿਬ ਕੋਲ ਲੋਕਾਂ ਨੇ ਪੁੱਛਿਆ ਹੁਣ ਕੀ ਕਰੀਏ, ਸਾਡੇ ਅੰਦਰ ਇਹ ਤੇ ਪੰਜੇ ਇੱਛਾਵਾਂ ਹੈਗੀਆਂ ਨੇ। ਗੁਰੂ ਸਾਹਿਬ ਕਹਿਣ ਲੱਗੇ ਇਹਨਾਂ ਠੱਗਾਂ ਨੂੰ ਠੱਗੀ ਕਰਨ ਦਿਓ, ਪਰ ਤੁਸੀਂ ਇਹਨਾਂ ਠੱਗਾਂ ਨੂੰ ਠੱਗ ਲਵੋ। ਇਹਨਾਂ ਠੱਗਣ ਠੱਗ ਸੇ, ਅਸਲੀ ਠੱਗ ਉਹ ਨੇ ਜਿਹੜੇ ਇਹਨਾਂ ਨੂੰ ਠੱਗ ਲੈਣ, ਇਹਨਾਂ ਦਾ ਪ੍ਰਭਾਵ ਨਾ ਕਬੂਲਣ। ਇਹਨਾਂ ਠੱਗਣ ਠੱਗ ਸੇ ਉਹ ਵਿਰਲੇ ਨੇ, ਕੋਈ ਨਾਨਕ ਕਰਮਾਂ ਬਾਹਰੇ ਹੋਰ ਕਿਤੇ ਮੁੱਠੀ ਜਾਏ। ਕਰਮਾਂ ਤੋਂ ਬਿਨਾਂ, ਚੰਗੇ ਕਰਮਾਂ ਤੋਂ ਬਿਨਾਂ ਹੋਰ ਲੋਕ ਜਿਹੜੇ ਨੇ ਲੁੱਟੇ ਜਾ ਰਹੇ ਨੇ। ਸੋ ਅਸੀਂ ਇਹ ਮਾਇਆ ਦੇ ਚੱਕਰ, ਇਹ ਮਾਇਆ ਦਾ ਕਬੀਲਾ, ਕਾਮ ਕ੍ਰੋਧ ਲੋਭ ਹੰਕਾਰ, ਇਹਨਾਂ ਠੱਗਿਆਂ ਦੇ ਅਸੀਂ ਕਾਬੂ ਆਏ ਹੋਏ ਹਾਂ। ਗੁਰਬਾਣੀ ਅਸੀਂ ਪੜ੍ਹਨੀ ਕੋ ਨਹੀਂ, ਮੱਥਾ ਟੇਕ ਦੇਣਾ, ਅੱਗੇ ਚੜ ਜਾ ਬੱਚਾ ਸੂਲੀ ਰਾਮ ਭਲੀ ਕਰੇਗਾ। ਦੁਨੀਆ ਦੇ ਮਾਇਆ ਜਿਹੜੀ ਹੈ ਉਹਨੇ ਤਾਂ ਜਬਾੜਾ ਅੱਡਿਆ ਹੋਇਆ, ਅਸੀਂ ਮਾਇਆ ਦੇ ਮੂੰਹ ਦੇ ਵਿੱਚ ਪਈ ਜਾ ਰਹੇ ਹਾਂ। ਤੁਸੀਂ ਦੇਖ ਰਹੇ ਹੋ ਥਾਂ ਥਾਂ ਮੁਕੱਦਮੇ ਚੱਲ ਰਹੇ ਨੇ, ਥਾਂ ਥਾਂ ਲੋਕੀ ਕਹਿ ਰਹੇ ਜੀ ਫਲਾਣਾ ਆਇਆ ਕਰ ਗਿਆ, ਫਲਾਣਾ ਆਇਆ ਕਰ ਗਿਆ। ਇਹ ਵਿਰਲਾਪ, ਇਹ ਦੁਨੀਆ ਜਿਹੜੀ ਹੈ ਵਿਰਲਾਪ ਦੀ ਬਾਦੀ ਬਣੀ ਹੋਈ ਹੈ। ਕਿੱਥੇ ਹਲੇਮੀ ਰਾਜ ਹੋਣਾ ਸੀ, ਕਿੱਥੇ ਸਵਰਗਾਂ ਦੀ ਦੁਨੀਆ ਹੋਣਾ ਸੀ। ਇਸ ਮਨੁੱਖ ਨੇ ਆਪਣੀਆਂ ਭੈੜੀਆਂ ਜੀਵਨ ਚਾਲਾਂ ਦੇ ਨਾਲ ਇਸ ਦੁਨੀਆ ਦੇ ਸਫ਼ਰ ਨੂੰ ਕਿੰਨਾ ਔਖਾ ਬਣਾ ਦਿੱਤਾ। ਡਾਕਟਰ ਸਾਹਿਬ, ਗੁਰੂ ਗ੍ਰੰਥ ਸਾਹਿਬ ਜੀ ਕਈ ਵਾਰੀ ਗੁੱਸੇ ਵੀ ਹੁੰਦੇ ਆ ਵੀ ਜਾ ਕੇ ਸਾਡੇ ਵਰਗਾ ਮਨੁੱਖ ਕਹੇ ਮੈਂ ਵਿਦਵਾਨ ਆ, ਮੈਂ ਹੈਡ ਗ੍ਰੰਥੀ ਆ, ਮੈਂ ਜਥੇਦਾਰ ਆ, ਤੇ ਕਈ ਵਾਰੀ ਉਹ ਬੜੀ ਝਿੜਕ ਮਾਰਦੇ, ਕਹਿੰਦੇ ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਇਹ ਝਿੜਕ ਵੀ ਮਾਰਦੇ ਨੇ। ਗੱਲ ਹੈ ਜੀ ਵੀ ਜੇ ਉਪਦੇਸ਼ ਵੀ ਕਿਸੇ ਨੂੰ ਕਰਨਾ ਹੈ, ਇਹ ਵੀ ਤੇ ਇੱਕ ਬੜਾ ਵੱਡਾ ਆਰਟ ਹੈ ਨਾ, ਕਿਸੇ ਨੂੰ ਕਲਾ ਦੇ ਰਾਹੀਂ ਸਮਝਾਉਣਾ। ਜਿਹੜਾ ਇਹ ਜਿਹੜੀਆਂ ਮਤਲਬ ਕੈਪਸੂਲ ਦੇਣੇ ਨੇ, ਸਿੱਖਿਆ ਦੇ ਕੈਪਸੂਲ, ਇਹਦੇ ਲਈ ਬੋਲੀ ਤੇ ਬੜੀ ਨਰਮ ਚਾਹੀਦੀ ਹੈ। ਤੇ ਜੇ ਤੁਸੀਂ ਸਖਤ ਬੋਲੀ ਦੇਤਾ, ਤੁਸੀਂ ਆਪ ਹਉਮੈ ਦੇ ਸ਼ਿਕਾਰ ਹੋ ਗਏ। ਤੁਸੀਂ ਪੰਜਾਂ 'ਚ ਜਿਹੜਾ ਹਉਮੈ ਹੈ ਉਹਦੇ ਤੁਸੀਂ ਆਪ ਦੁਬਦਾ ਦੇ ਮਾਰੇ ਗਏ। ਇਹ ਤਾਂ ਕਦਮ ਕਦਮ ਤੇ ਬਈ ਸੁਚੇਤ ਹੋਣ ਦੀ ਗੱਲ ਹੈ। ਇਹ ਤਾਂ ਨਿਰਾ ਤੁਸੀਂ ਕਿਤੇ ਵੀ ਥੋੜਾ ਜਿਹਾ ਵੀ ਅਣਗਹਿਲੀ ਕੀਤੀ ਤੇ ਤੁਹਾਡੇ ਉੱਤੇ ਹੀ ਉਹ ਰੂਲ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਲਾਗੂ ਹੋ ਜਾਣਾ ਵੀ ਤੁਸੀਂ ਠੱਗੇ ਗਏ। ਠੀਕ ਹੈ ਜੀ, ਠੀਕ ਹੈ। ਡਾਕਟਰ ਸਾਹਿਬ, ਤੁਸੀਂ ਬੜੀਆਂ ਰੂਹਾਨੀਅਤ ਦੀਆਂ ਗੱਲਾਂ ਸਾਂਝੀਆਂ ਕਰ ਰਹੇ ਹੋ, ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨ ਲੱਗਿਆ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਸਿੱਖ ਜਿਹੜੇ 6 ਸਿੱਖ ਗੁਰੂ ਸਾਹਿਬਾਨ ਹੈ, ਉਹਨਾਂ ਤੋਂ ਇਲਾਵਾ ਵੱਖ-ਵੱਖ ਇਲਾਕਿਆਂ ਦੇ ਧਰਮਾਂ ਦੇ, ਫਿਰਕਿਆਂ ਦੇ, ਭਾਸ਼ਾਵਾਂ ਦੇ, ਸੰਪਰਦਾਵਾਂ ਦੇ ਉਹ ਵੱਖ-ਵੱਖ ਜਿਹੜੇ ਭਗਤ ਜਨ ਨੇ, ਅਰਸ਼ੀ ਭੱਟ ਨੇ, ਗੁਰਸਿੱਖ ਨੇ, ਉਹਨਾਂ ਦੀ ਬਾਣੀ ਜਿਹੜੀ ਸ਼ਾਮਲ ਕੀਤੀ ਹੈ। ਕਿੱਡਾ ਵਿਸ਼ਾਲ ਹਿਰਦਾ ਹੋਏਗਾ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਦਿਆਂ ਗੁਰੂ ਅਰਜਨ ਸਾਹਿਬ ਜੀ ਦਾ। ਮੈਂ ਅੱਗੇ ਵੀ ਕਹਿ ਚੁੱਕਾ ਹਾਂ ਬਈ ਜਿਹੜੀ ਗੁਰੂ ਦੀ ਹਸਤੀ ਹੈ ਉਹ ਵਿਸ਼ਾਲ ਹੈ, ਉਹ ਸਮਿਆਂ ਤੋਂ ਪਾਰ ਹੈ, ਉਹ ਟ੍ਰਾਂਸੈਂਡ ਕਰਦੀ ਹੈ ਸਮੇਂ ਨੂੰ। ਗੁਰੂ ਸਾਹਿਬ ਨੂੰ ਪਤਾ ਸੀ ਕਿ ਸਮਾਜ ਜਿਹੜਾ ਇਹਨਾਂ ਨੀਵੇਂ ਉੱਚੇ ਦੀ ਜ਼ਾਤ ਮੰਨਣੀ ਹੈ, ਇਹਨਾਂ ਲੋਕਾਂ ਨੂੰ ਛੇਕਦੇ ਰਹਿਣਾ, ਗਰੀਬਾਂ ਦਲਿਤਾਂ ਨੂੰ ਪੁੱਛਣਾ ਨਹੀਂ। ਗੁਰੂ ਸਾਹਿਬ ਨੇ ਤਾਂ ਹੀ ਜਿਹੜੇ ਸਮਾਜ ਚੋਂ ਛੇਕੇ ਹੋਏ ਲੋਕ ਸੀ, ਗੁਰੂ ਰਵਿਦਾਸ ਵਰਗੇ, ਭਗਤ ਕਬੀਰ ਵਰਗੇ, ਨਾਮਦੇਵ ਵਰਗੇ, ਉਹਨਾਂ ਨੂੰ ਪਹਿਲੇ ਸਨਮਾਨ ਇਸ ਲਈ ਦਿੱਤਾ ਕਿ ਸਮਾਜ ਜਿਹੜਾ ਇੱਕ ਆਦਰਸ਼ ਸਮਾਜ ਦਾ ਸਰੂਪ ਜਿਹੜਾ ਗੁਰੂ ਗ੍ਰੰਥ ਸਾਹਿਬ ਪੇਸ਼ ਕਰਦਾ, ਇੱਕ ਆਦਰਸ਼ ਮਾਡਲ ਹੈ। ਏਕਤਾ ਤੇ ਇਕਸੁਰਤਾ ਦਾ, ਧਾਰਮਿਕ ਸਹਿਣਸ਼ੀਲਤਾ ਦਾ ਇੱਕ ਆਦਰਸ਼ ਮਾਡਲ ਗੁਰੂ ਸਾਹਿਬ ਨੇ ਪੇਸ਼ ਕੀਤਾ। ਗੁਰੂਆਂ ਦੀ ਸੋਚਣ ਜਿਹੜੀ ਦੇਖੋ, ਅਸੀਂ ਤਾਂ ਚਾਹੀਦਾ ਤੇ ਇਹ ਹੈ ਨਾ ਕਿ ਗੁਰੂ ਵਰਗਾ ਸਿੱਖ ਬਣੇ। ਗੁਰੂ ਤੇ ਸਿੱਖ ਵਿੱਚ ਕੋਈ ਫਰਕ ਨਹੀਂ ਹੁੰਦਾ। ਲੈਣਾ ਜਿਹੜਾ ਗੁਰੂ ਅੰਗਦ ਬਣ ਜਾਂਦਾ ਹੈ। ਸਾਰਾ ਸਮੁੱਚਾ ਖਾਲਸਾ ਪੰਥ ਗੁਰੂ ਗੋਬਿੰਦ ਸਿੰਘ ਦਾ ਰੂਪ ਹੈ। ਅਸੀਂ ਇਹਨਾਂ ਗੱਲਾਂ ਤੋਂ ਕੁਝ ਸਿੱਖਣਾ ਸੀ ਵੀ ਇਹ ਸਾਡੇ ਲਈ ਨੇ।
ਗੁਰੂ ਸਾਹਿਬ ਕਹਿੰਦੇ ਸਤਿਗੁਰ ਮੇਰਾ ਸੱਜਣ ਸੂਰਾ, ਸਤਿਗੁਰ ਮੇਰਾ ਸਤਿਗੁਰ ਪੂਰਾ। ਉਹ ਵੀ ਖਾਲਸੇ ਨੂੰ ਸੋਚਣਾ ਚਾਹੀਦਾ ਹੈ ਕਿ ਗੁਰੂ ਗੋਬਿੰਦ ਸਿੰਘ ਮੈਨੂੰ ਕਹਿ ਰਹੇ ਨੇ ਮੈਂ ਖਾਲਸੇ ਦਾ ਗੁਰੂ ਹਾਂ। ਜੇ ਅਸੀਂ ਗੁਰੂ ਗੋਬਿੰਦ ਸਿੰਘ ਦੇ ਗੁਰੂ ਹਾਂ ਤੇ ਸਾਡੀ ਬੜੀ ਵੱਡੀ ਜ਼ਿੰਮੇਵਾਰੀ ਹੈ, ਸਾਡੀ ਬੜੀ ਜ਼ਿੰਮੇਵਾਰੀ ਹੈ। ਅਸੀਂ ਸਾਰੀ ਜ਼ਿੰਦਗੀ ਜਿੰਨੇ ਵੀ 40 50 60 ਸਾਲ ਮਿਲਦੇ ਨੇ ਕਿਸੇ ਨੂੰ ਵੀ ਉਹ ਗੁਰੂ ਵਰਗਾ ਬਣਨ ਲਈ ਲਾਵੇ। ਗੁਰੂ ਨੇ ਤੁਹਾਡੇ ਸਾਹਮਣੇ ਖਜ਼ਾਨਾ ਦੇ ਦਿੱਤਾ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ, ਖਾਵੋ ਖਰਚੋ ਰਲ ਮਿਲ ਭਾਈ, ਟੋਟ ਨਾ ਆਵੇ ਵੱਧੋ ਜਾਈ। ਤੁਸੀਂ ਗੁਰੂ ਨਾਲ ਜੋੜ ਕੇ ਕਿਉਂ ਨਹੀਂ ਜੀਵਨ ਆਪਾਂ ਸਫਰ ਕਰਦੇ? ਗੁਰੂ ਤੋਂ ਵਿਛੜ ਕੇ ਜੇ ਅਸੀਂ ਮੁਕਦਮੇ ਬਣਾਉਣੇ ਨੇ ਆਪਣੇ ਆਪ ਦੇ, ਜੇ ਅਸੀਂ ਭ੍ਰਿਸ਼ਟਾਚਾਰੀ ਅਖਵਾਉਣਾ, ਜੇ ਅਸੀਂ ਮਾਫੀਏ ਵਾਲੇ ਅਖਵਾਉਣਾ, ਤੇ ਮਨੁੱਖ ਜੀਵਨ ਦਾ ਕੀ ਫਰਕ ਹੋਇਆ? ਮਨੁੱਖ ਗੁਰਮਤ ਵਿੱਚ ਆਉਣ ਦਾ ਕੀ ਮਤਲਬ ਹੋਇਆ? ਗੁਰਮਤ ਜਿਹੜੀ ਹੈ ਉਹ ਮਨੁੱਖ ਦੇ ਜਨਮ ਤੋਂ ਲੈ ਕੇ ਅੰਤ ਤੱਕ ਸਨਮਾਨ ਸਹਿਤ ਜੀਵਨ ਜੀਣ ਦਾ ਨਾਂ ਹੈ। ਇਹ ਨਹੀਂ ਕਿ 5-7 ਸਾਲ ਜਿਹੜੇ ਨੇ ਤੁਹਾਡੀ ਜੈ ਜੈਕਾਰ ਹੋਵੇ ਤੇ 6ਵੇਂ 7ਵੇਂ ਸਾਲ ਤੁਹਾਨੂੰ ਭ੍ਰਿਸ਼ਟਾਚਾਰੀ ਦਾ ਖਿਤਾਬ ਦਿੱਤੇ ਜਾਣ ਤੇ ਤੁਹਾਡੇ ਤੇ ਲੋਕੀ ਜਿਹੜੇ ਨੇ ਉਟੰਕਣ ਕਰਨ। ਤੋ ਇਹ ਸਾਰੀ ਦੇਖੋ, ਇਹ ਤੇ ਗੁਰੂ ਦੀ ਮਿਹਰ ਨਾਲ ਚਾਹੀਦੀ ਹੈ। ਡਾਕਟਰ ਸਾਹਿਬ ਗੁਰੂ ਦੀ ਮਿਹਰ ਹੋਏਗੀ ਤਾਂ ਸਭ ਲੱਗੇਗਾ। ਡਾਕਟਰ ਸਾਹਿਬ ਤੁਸੀਂ ਇੱਕ ਬਹੁਤ ਵੱਡੀ ਗੱਲ ਕੀਤੀ ਹੈ ਕਿ ਖਾਲਸਾ ਪੰਥ ਦੀ ਬੜੀ ਵੱਡੀ ਜ਼ਿੰਮੇਵਾਰੀ ਹੈ, ਤੇ ਜਿਹੜੇ ਸਿੱਖ ਸੰਸਥਾਵਾਂ ਦੇ ਉੱਤੇ ਪ੍ਰਬੰਧਕ ਬੈਠੇ ਨੇ ਉਹਨਾਂ ਦੀ ਬੜੀ ਵੱਡੀ ਜ਼ਿੰਮੇਵਾਰੀ ਹੈ। ਹੋ ਸਕਦਾ ਉਹਨਾਂ ਨੂੰ ਸੰਸਾਰ ਦੇ ਵਿੱਚ ਕੋਈ ਸਜ਼ਾ ਨਾ ਦੇ ਸਕੇ, ਕੋਈ ਉਹਨਾਂ ਦਾ ਕੁਝ ਵਿਗਾੜ ਨਾ ਸਕੇ, ਪਰ ਗੁਰੂ ਤੇ ਉਹਨਾਂ ਨੂੰ ਕੰਨੋਂ ਫੜੇਗਾ ਨਾ ਕਿ ਤੁਸੀਂ ਬੜੀ ਵੱਡੀ ਜ਼ਿੰਮੇਵਾਰੀ ਤੇ ਬੈਠੇ ਸੀ ਤੇ ਤੁਸੀਂ ਗੈਰ ਜ਼ਿੰਮੇਵਾਰੀ ਉੱਥੇ ਨਿਭਾਈ ਹੈ। ਗੱਲ ਇਹ ਹੈ ਜੀ ਵੀ ਇਹ ਹੁਣ ਪਰਦਿਆਂ ਵਿੱਚ ਬੜਾ ਕੁਝ ਹੁੰਦਾ ਹੈ ਜੀ, ਉਹ ਪਰਦਿਆਂ ਦਾ ਜੀਵਨ ਜੀ ਰਹੇ ਲੋਕੀ ਜੀ। ਲੋਕੀ ਜਿਹੜੇ ਨੇ ਆਪਣੇ ਗੁਰੂ ਸਾਹਿਬ ਨੇ ਕਿਹਾ ਸੀ ਮਨ ਬਚ ਕਰਮ, ਜੋ ਮਨ ਵਿੱਚ ਹੋਵੇ ਉਹ ਸਾਡੇ ਬੁੱਲਾਂ ਤੇ ਹੋਵੇ, ਜੋ ਬੁੱਲਾਂ ਤੇ ਹੋਵੇ ਸਾਡੇ ਐਕਸ਼ਨ 'ਚ ਹੋਵੇ। ਜਿਹੜੀ ਮਾਈਂਡ ਸਪੀਚ ਐਂਡ ਐਕਸ਼ਨ, ਇਹ ਮਨ ਬਚਨ ਤੇ ਕਰਮ ਦੀ ਇਕਸੁਰਤਾ ਜਿਹੜੀ ਹੈ ਉਹਨੇ ਮਨੁੱਖ ਕਿਹਾ ਜਾਂਦਾ ਹੈ। ਤੇ ਉਹ ਪਰਦਿਆਂ 'ਚ ਰਹਿ ਕੇ ਸੀ ਕੇ ਪਖੰਡ ਦਾ ਜੀਵਨ ਜੀ ਜਾਣਗੇ, ਮਗਰ ਉਹਨਾਂ ਦੀ ਆਤਮਾ ਜਿਹੜੀ ਅੰਦਰੋਂ ਉਹਨਾਂ ਨੂੰ ਟੁੰਬਦੀ ਰਹੇਗੀ। ਆਤਮਾ ਨਹੀਂ ਮਰਦੀ, ਉਹਨਾਂ ਦੀ ਆਤਮਾ ਉਹਨਾਂ ਨੂੰ ਹਰ ਵੇਲੇ ਦੱਸ ਰਹੀ ਹੈ ਵੀ ਤੁਹਾਡਾ ਰੂਪ ਜਿਹੜਾ ਕਿਸੇ ਦਿਨ ਖੁੱਲ ਜਾਏਗਾ, ਔਰ ਵਾਕਈ ਕਈਆਂ ਦਾ ਖੁੱਲ ਜਾਂਦਾ। ਇਸ ਕਰਕੇ ਪਰਦਿਆਂ ਦਾ ਜੀਵਨ ਜਿਹੜਾ ਇੱਕ ਹੈ ਨਾ ਪਖੰਡ, ਗੁਰੂ ਸਾਹਿਬ ਨੇ 3 ਸੰਘਰਸ਼ ਦੱਸੇ ਨੇ। ਜੇ ਪਹਿਲਾ ਸੰਘਰਸ਼ ਹੈ ਆਪਣੀਆਂ ਕਮਜ਼ੋਰੀਆਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿਰੁੱਧ, ਦੂਜਾ ਸੰਘਰਸ਼ ਹੈ ਆਪਣੇ ਭੇਖ ਦੇ ਵਿਰੁੱਧ, ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ, 68 ਤੀਰਥ ਜੇ ਨਾ ਵੇ ਉਤਰੇ ਨਹੀਂ ਮੋਲ। ਤੇ ਤੀਜਾ ਸੰਘਰਸ਼ ਹੈ ਜਿਹੜੀਆਂ ਜ਼ਾਲਮ ਹਕੂਮਤਾਂ ਨੇ ਉਹਨਾਂ ਦੇ ਨਾਲ ਕਰਨਾ। ਇਹ 3 ਸੰਘਰਸ਼ ਕਰਕੇ ਬੰਦਾ ਜਿਹੜਾ ਗੁਰਮਤ ਅਨੁਸਾਰ ਜੀਵਨ ਜੀ ਸਕਦਾ। ਡਾਕਟਰ ਸਾਹਿਬ ਸਮਾਂ ਆਪਣੀ ਸੀਮਾ ਤੇ ਪੁੱਜ ਰਿਹਾ। ਜਿਹੜੀ ਗੱਲ ਤੁਸੀਂ ਕੀਤੀ ਤਖਤ ਰਾਜਾ ਸੋਭ ਹੈ ਜੇ ਤਖਤ ਤੇ ਲਾਇਕ ਹੋਏ, ਤੇ ਅਸੀਂ ਅੱਜ ਗੱਲ ਹੀ ਇਹ ਕਰਨੀ ਚਾਹੁੰਦੇ ਹਾਂ ਕਿ ਇਸ ਸੰਸਾਰ ਨੂੰ ਚਲਾਉਣ ਵਾਲੀ ਜਿਹੜੀ ਰਾਜਨੀਤੀ ਹੈ ਉਹ ਜਦੋਂ ਤੱਕ ਸੱਚੀ ਸੁੱਚੀ ਨਹੀਂ ਹੁੰਦੀ ਉਦੋਂ ਤੱਕ ਜਿਹੜਾ ਸਾਡੀ ਜਿਹੜੀ ਦੁਨਿਆਵੀ ਜ਼ਿੰਦਗੀ ਹੈ ਉਹ ਉੱਚੀ ਨਹੀਂ ਹੋ ਸਕਦੀ। ਸੋ ਇਸ ਸੰਬੰਧ ਵਿੱਚ ਆਪਾਂ ਆਖਰੀ ਤੁਹਾਡੀ ਜਿਹੜੀ ਹੈ ਪ੍ਰਤੀਕਰਮ ਲੈਣਾ ਚਾਹਾਂਗੇ। ਕੱਲੇ ਜੀ ਵੀ ਜਿਹੜਾ ਰਾਜਾ ਹੈ ਉਹ ਵੀ ਤਾਂ ਮਨੁੱਖ ਹੈ। ਰਾਜੇ ਨੇ ਵੀ ਮਨੁੱਖ ਪਹਿਲੇ ਬਣਨਾ, ਤੇ ਮਨੁੱਖ ਬਣਨ ਦੀ ਸ਼ਰਤ ਇਹੀ ਹੋਏਗੀ ਕਿ ਉਹ ਆਪਣੀਆਂ ਜਿਹੜਾ ਲੋਅਰ ਸੈਲਫ ਹੈ ਉਹਦਾ ਆਪਦਾ ਸ਼ੈਤਾਨ ਪੱਖ ਹੈ ਉਹ ਤੇ ਕੰਟਰੋਲ ਕਰੇ। ਆਪਣੀਆਂ ਜਿਹੜੀਆਂ ਡਿਜ਼ਾਇਰਸ ਨੇ, ਰਾਜ ਦੀਆਂ ਇੱਛਾਵਾਂ, ਮਾਲ ਦੀਆਂ ਇੱਛਾਵਾਂ, ਇਹ ਸਾਰੀਆਂ ਇੱਛਾਵਾਂ ਦੁਆਰਾ ਠੱਗਿਆ ਨਾ ਜਾਵੇ। ਇਹ ਨਹੀਂ ਦੇਖੋ ਜਦੋਂ ਤੁਹਾਡਾ ਨਿਸ਼ਾਨਾ ਕੁਰਸੀ ਬਣ ਜਾਏ ਤੇ ਫਿਰ ਤੁਹਾਡਾ ਜਿਹੜਾ ਨਾ ਜੀਵਨ ਜਿਹੜਾ ਅਧੂਰਾ ਹੋ ਜਾਂਦਾ। ਹੁਣ ਇਹਦਾ ਲੋਕ ਰਾਜ ਹੈ,
ਲੋਕ ਰਾਜ ਵਿੱਚ ਵੋਟਾਂ ਹੀ ਅਖੇ ਸਾਰੀਆਂ ਵੋਟਾਂ ਹੀ ਕਰਦੀਆਂ ਨੇ, ਤੇ ਲੋਕੀ ਵੋਟ ਲੈਣ ਲਈ ਲੋਕਾਂ ਨੂੰ ਵੰਡਦੇ ਨੇ ਧਰਮ ਦੇ ਨਾਂ ਤੇ, ਹਿੰਦੂ ਮੁਸਲਮਾਨ ਦੇ ਨਾਂ ਤੇ। ਉਹ ਤਾਂ ਹੀ ਤੇ ਪ੍ਰੋਫੈਸਰ ਪੂਰਨ ਸਿੰਘ ਹੋਏ ਨੇ ਮਹਾ ਫਿਲਾਸਫਰ। ਉਹਨਾਂ ਅੱਜ ਤੋਂ 70-80 ਸਾਲ ਪਹਿਲੇ ਇੱਕ ਲੇਖ ਲਿਖਿਆ ਸੀ ਕਿ ਕੋਈ ਵਕਤ ਆਏਗਾ ਰਾਜ ਜਿਹੜੀ ਡੈਮੋਕ੍ਰੇਸੀ ਹੈ ਇਹਨੂੰ ਛੱਡ ਕੇ ਲੋਕ ਭੱਜਣਗੇ, ਕਿਉਂਕਿ ਇਹ ਵੀ ਦੇਖੋ ਭੈੜਾ ਬੰਦਾ ਜਿਹੜਾ ਨਾ, ਜਿਹਦੀ ਨੀਅਤ ਭਾੜੀ ਹੈ, ਉਹ ਵਧੀਆ ਤੋਂ ਵਧੀਆ ਬਣਤਰ ਨੂੰ ਵੀ ਘਟੀਆ ਬਣਾ ਦਿੰਦਾ। ਡੈਮੋਕ੍ਰੇਸੀ ਬੜੀ ਵਧੀਆ, ਪਰ ਰਾਜ ਦੀ ਇੱਛਾ ਨੇ ਮਨੁੱਖ ਦੀ ਮਨੁੱਖਤਾ ਖਤਮ ਕਰਤੀ। ਉਹਨੇ ਲੋਕਾਂ ਨੂੰ ਵੰਡਣਾ ਸ਼ੁਰੂ ਕਰਤਾ। ਮਨੁੱਖ ਲਈ ਇੱਕੋ ਮਿਆਰ ਹੈ ਕਿ ਆਪਣੇ ਅੰਦਰਲੇ ਨੂੰ ਉਹ ਟਟੋਲੇ ਔਰ ਮਨੁੱਖਤਾ ਨੂੰ ਪਹਿਲੇ ਮਨੁੱਖਤਾ ਦੀ ਬਹਾਲੀ ਕਰੇ ਆਪਣੇ ਅੰਦਰ ਸਾਡੀ ਮਨੁੱਖਤਾ ਦਾ ਜਦੋਂ ਰਾਜ ਹੋ ਜਾਏਗਾ ਫਿਰ ਸਾਰੀਆਂ ਗੱਲਾਂ ਠੀਕ ਹੋਣਗੀਆਂ। ਡਾਕਟਰ ਸਾਹਿਬ, ਤੁਸੀਂ ਸੰਖੇਪ ਸਮੇਂ ਵਿੱਚ ਡੂੰਘੀਆਂ ਝਾਤਾਂ ਮਾਰੀਆਂ। ਬੇਗਮਪੁਰਾ ਸ਼ਹਿਰ ਕੋ ਨਾਉ, ਦੁੱਖ ਅੰਦੋ ਨਹੀਂ ਤੈ ਠਾਓ, ਉੱਥੇ ਤੱਕ ਤੁਸੀਂ ਆਪਣੀ ਨਜ਼ਰ ਦੌੜਾਈ ਹੈ। ਤਖਤ ਰਾਜਾ ਸੋਭ ਹੈ ਜੇ ਤਖਤੇ ਲਾਇਕ ਹੋਈ, ਜਿਨੀ ਸੱਚ ਪਛਾਣਿਆ ਸੱਚ ਰਾਜੇ ਸਹੀ। ਤੁਸੀਂ ਬਹੁਤ ਕਿਰਪਾ ਕੀਤੀ ਹੈ। ਅਸਲ ਵਿੱਚ ਰਾਜਨੀਤੀ ਹੈ ਕਿਹੜੀ, ਤੇ ਗੁਰੂ ਗ੍ਰੰਥ ਸਾਹਿਬ ਜੀ ਰਾਜਨੀਤੀ ਨੂੰ ਕਿਵੇਂ ਆਪਣੀ ਦਿਸ਼ਾ ਦਿੰਦੇ ਨੇ, ਤੇ ਕੈਸੀ ਰਾਜਨੀਤੀ ਕਰਨ ਦਾ ਉਪਦੇਸ਼ ਕਰਦੇ ਨੇ, ਉਹ ਤੁਸੀਂ ਬੜੀ ਕਹਿ ਸਕਦੇ ਹਾਂ ਤਕਨੀਕੀ ਢੰਗ ਨਾਲ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਬਹੁਤ ਬਹੁਤ ਧੰਨਵਾਦ ਹੈ ਜੀ। ਗੁਰੂ ਲਈ ਮੇਰੇ ਲਈ ਅਰਦਾਸ ਕਰੋ ਕਿ ਇਸੇ ਤਰ੍ਹਾਂ ਮੈਂ ਅਧਿਐਨ ਕਰਦਾ ਰਵਾਂ। ਬਹੁਤ ਬਹੁਤ ਮਿਹਰਬਾਨੀ। ਪੁਕਾਰ ਟੀਵੀ ਦੇ ਦਰਸ਼ਕੋ, ਬਲਿਹਾਰੀ ਗੁਰੇ ਆਪਣੇ ਦਿਓਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ, ਜੇ ਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਗੁਰੂ ਗ੍ਰੰਥ ਸਾਹਿਬ ਦਾ ਇੱਥੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਗ੍ਰੰਥ ਸਾਹਿਬ ਦਾ ਨਿਚੋੜ ਹੈ, ਅਸੀਂ ਮਨੁੱਖ ਨਹੀਂ ਰਹਿਣਾ। ਜੇ ਅਸੀਂ ਮਨੁੱਖ ਹੀ ਰਹਿ ਗਏ ਫਿਰ ਅਸੀਂ ਗੁੰਮਰਾਹ ਹੋ ਜਾਵਾਂਗੇ। ਸਾਡੀ ਮੰਜ਼ਿਲ ਮਨੁੱਖ ਤੋਂ ਡਿਵਾਈਨ ਬਣਨਾ ਹੈ, ਮਨੁੱਖ ਤੋਂ ਦੇਵਤਾ ਬਣਨਾ ਹੈ, ਮਨੁੱਖ ਤੋਂ ਪ੍ਰਕਾਸ਼ਿਤ ਮਨੁੱਖ ਬਣਨਾ ਹੈ। ਮਨੁੱਖ ਹੀ ਹੁੰਦਾ, ਮਨੁੱਖ ਤਾਂ ਇਹ ਹੈ ਕਿ ਕਾਮ ਕਰੋ ਲੋ ਹੰਕਾਰ 'ਚ ਫਸਿਆ ਹੋਇਆ, ਨਿੰਦਾ ਚੁਗਲੀ ਦਾ ਮਾਰਿਆ ਹੋਇਆ, ਆਲੇ ਦੁਆਲੇ ਐਵੇਂ ਵੇਖੀ ਜਾਂਦਾ, ਆਪਣੇ ਨਜ਼ਰ ਦਾ ਨੂੰ ਕੰਟਰੋਲ ਨਹੀਂ। ਆਮ ਮਨੁੱਖ ਜਿਹੜਾ, ਪਰ ਜਦੋਂ ਮਨੁੱਖ ਵਿਸ਼ੇਸ਼ ਮਨੁੱਖ ਬਣ ਗਿਆ, ਜਦੋਂ ਦੇਵਤਾ ਬਣ ਗਿਆ, ਤਾਂ ਉਹ ਰੱਬ ਦਾ ਰੂਪ ਉਹ 'ਚ ਆ ਗਿਆ। ਤੋ ਇਸ ਕਰਕੇ ਇੱਥੋਂ ਅਸੀਂ ਗੱਲ ਸ਼ੁਰੂ ਕਰਦੇ ਹੁੰਦੇ ਹਾਂ ਮਨੁੱਖ ਦੀ, ਕਿ ਮਨੁੱਖ ਦੀ ਮੰਜ਼ਿਲ ਜੋ ਹੈ ਉਹ ਆਪਣਾ ਉਚੇਰਾ ਮਨੁੱਖ ਬਣਨਾ। ਤੇ ਜਿਹੜਾ ਮਨੁੱਖ ਐਫਡੀਆਂ ਹੀ ਕਰਾਈ ਜਾਵੇ, ਆਪਣੀਆਂ ਐਫਡੀ ਕਰਾਉਣ ਲੱਗ ਪੈਂਦੇ ਲੋਕੀ, ਬਿਲਡਿੰਗਾਂ ਬਣਾਉਣ ਲੱਗ ਪੈਂਦੇ ਨੇ। ਉਹ ਬਈ ਬਥੇਰੀਆਂ ਬਿਲਡਿੰਗਾਂ ਲੋਕਾਂ ਕੋਲ ਨੇ। ਹੁਣ ਮਨੁੱਖ ਨੇ ਆਤਮਿਕ ਵਿਕਾਸ ਕਰਨਾ ਸੀ, ਆਪਣੇ ਮਨੁੱਖ ਨੇ ਕੋਮਲਤਾ ਲਿਆਉਣੀ ਸੀ, ਸੇਵਾ ਤੇ ਪਰਉਪਕਾਰ ਦੇ ਜੀਵਨ ਵਧਣਾ ਸੀ। ਮਨੁੱਖ ਫੇਰ ਇੱਕ ਬਿਲਡਿੰਗ ਹੋ ਗਈ ਤੇ ਦੂਜੀ ਬਣਾਈ ਜਾਂਦਾ। ਉਹ ਪੱਥਰਾਂ ਨੇ ਕੰਮ ਨਹੀਂ ਆਉਣਿਆ ਪਿਆਰਿਓ, ਮਨੁੱਖ ਤੋਂ ਦੇਵਤਾ ਬਣਨਾ ਪੈਣਾ। ਮਨੁੱਖ ਨੂੰ ਦੇਵਤਾ ਬਣਨਾ ਪੈਣਾ ਹੈ। ਸਿੱਖ ਬ੍ਰਹਮੰਡੀ ਸ਼ਹਿਰੀ ਹੈ, ਉਸ ਨੂੰ ਸਰਬੱਤ ਦੇ ਭਲੇ ਲਈ ਕੰਮ ਕਰਨਾ ਪੈਣਾ ਹੈ, ਤਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੱਸੇ ਹੋਏ ਜਿਹੜੇ ਮਾਰਗ ਤੇ ਚੱਲਣ ਦਾ ਪੰਥ ਹੀ ਬਣ ਸਕੇਗਾ। ਸੋ ਪੁਕਾਰ ਟੀਵੀ ਦੇ ਦਰਸ਼ਕੋ, ਸਮਾਂ ਆਗਿਆ ਨਹੀਂ ਦਿੰਦਾ ਕਿ ਅਸੀਂ ਹੋਰ ਅੱਗੇ ਵਧੀਏ। ਇਹੀ ਅਸੀਂ ਬੇਨਤੀ ਸਾਂਝੀ ਕਰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਮਹਾਨ ਗਿਆਨ ਸਾਗਰ ਵਿੱਚ ਚੁੱਭੀ ਮਾਰੀਏ। ਉਸ ਚੁੱਭੀ ਮਾਰਨ ਦਾ ਤਰੀਕਾ ਇੱਕੋ ਹੀ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਰੋਜ਼ਾਨਾ, ਭਾਵੇਂ ਅਸੀਂ ਇੱਕ ਸ਼ਬਦ ਦਾ ਪਾਠ ਕਰੀਏ, ਅਸੀਂ ਇੱਕ ਅੰਕ ਦਾ ਪਾਠ ਕਰੀਏ, ਰੋਜ਼ਾਨਾ ਸਹਿਜ ਪਾਠ ਕਰੀਏ, ਉਹਨੂੰ ਵਿਚਾਰੀਏ, ਤੇ ਸੱਚਮੁੱਚ ਸਾਡੇ ਜੀਵਨ ਦੇ ਅੰਦਰ ਜ਼ਰੂਰ ਗੁਰੂ ਗ੍ਰੰਥ ਸਾਹਿਬ ਜੀ ਵੱਡੇ ਖਜ਼ਾਨੇ ਜਿਹੜੇ ਬਖਸ਼ਿਸ਼ ਕਰਨਗੇ। ਸੋ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਤੇ ਆਪ ਸਭ ਲੋਕਾਈ ਨੂੰ ਲੱਖ ਲੱਖ ਵਧਾਈ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।